मैं तुद आगे अरदास, मैं होर थाऊ नाही, जिस पै करूं बिनंती। मेरा दुख सुख तुझ ही पास, अंतर जामी सो प्रभ पूरा। दान दे साधु की तूरा, कर कृपा प्रभ दीन दयाला। तेरी ओट पूरन गोपाला, नाम त्यायन साजना। जन्म पदारथ जीत, नानक धर्म ऐसे जब हैं, कि तुम पवन पुनीत। नाम त्यायन साजना, जन्म पदारथ जीत। नानक धर्म ऐसे जब हैं, कि तुम पवन पुनीत। परम सत्कार योग दसां पातशाहियां दी जोत, धन गुरु ग्रंथ साहिब महाराज सच्चे पातशाह जी दी पवित्र पावन हजूरी दे अंदर हाजरी भर रही गुरु प्यारी साध संगत जी, सतगुरु पातशाह जी दी अपार किरपा रहमत दे सदका 9वें पातशाह गुरु तेग बहादुर महाराज जी दे पवित्र अस्थान गुरुद्वारा शीशगंज साहिब विखे ਅੰਮ੍ਰਿਤ ਵੇਲੇ ਤੋਂ ਆਪ ਜੀ ਹਾਜ਼ਰੀ ਭਰ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਸ਼ਰਵਨ ਕਰ ਰਹੇ ਸੋ। ਇਸ ਤੋਂ ਬਾਅਦ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਜੋ ਵਿਚਾਰ ਹੈ ਕਥਾ ਦੀ ਬਾਣੀ ਦੀ, ਅੱਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਪਵਿੱਤਰ ਇਲਹਾਮ ਹੈ, ਮਹਾਰਾਜ ਨੇ 6ਵੀਂ ਪੌੜੀ ਦੇ ਅੰਦਰ ਸੁਖਮਨੀ ਸਾਹਿਬ ਜੀ ਦੇ ਵਿੱਚ ਜੋ ਕਿਰਪਾ ਕੀਤੀ, ਅਸੀਂ ਉਹਦੀ ਵਿਚਾਰ ਕਰਨੀ ਹੈ। ਕੱਲ ਆਪਾਂ ਵਿਚਾਰ ਕੀਤੀ ਕਿ ਮਨੁੱਖ ਜਿਹੜਾ ਹੈ ਇਹ ਸਦਾ ਹੀ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਮਨੁੱਖ ਕਦੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੀ ਨਹੀਂ ਹੋ ਸਕਦਾ, ਤੇ ਇਹਦਾ ਬਲ ਇਹਦੇ ਹੱਥ ਵਿੱਚ ਨਹੀਂ, ਕਿਉਂਕਿ ਕਰਤਾ ਕੇਵਲ ਪਰਮੇਸ਼ਰ ਆਪ ਹੈ। ਅੱਜ ਦੀ ਇਸ ਪੌੜੀ ਦੇ ਅੰਦਰ ਮਹਾਰਾਜ ਨੇ ਜੋ ਕਿਰਪਾ ਕੀਤੀ, ਵਿਚਾਰ ਕਰੀਏ। ਵਿਚਾਰਾ ਕਰਨ ਤੋਂ ਪਹਿਲਾਂ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਕਹਿਣ ਲੱਗੇ, ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹਿ ਦਿਨ ਰਾਤ, कबहू महाक्रोध विकराल, कबहू सर्ब की होत दबाल, कबहू होए वह बड़ राजा, कबहू पेखारी नीच का साजा, कबहू अपकीरत में आवे, कबहू भला भला कहावे, जो प्रभ राखै तिब ही रहे गुर प्रसाद, नानक सच कहे।
ਮਹਾਰਾਜ ਇਹ ਕਿਰਪਾ ਕਰਦੇ ਨੇ ਭਾਈ। ਵੇਖੋ, ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਪੜਾਂਗੇ ਤੇ ਬਾਣੀ ਦੇ ਅੰਦਰ ਪਰਮਾਤਮਾ ਦੀ ਸਿਫਤ ਕੀਤੀ ਗਈ, ਰੱਬ ਦੇ ਗੀਤ ਗਾਏ ਗਏ, ਪਰਮਾਤਮਾ ਦੀ ਕਿਰਤੀ ਸਾਡੇ ਸਾਹਮਣੇ ਰੱਖੀ ਤੇ ਆਪਾਂ ਵੀ ਉਸ ਰਾਹ ਉੱਤੇ ਟੁਰ ਕੇ ਰੱਬ ਦੀ ਸਿਫਤ ਗਾਉਣੀ ਹੈ, ਪਰਮਾਤਮਾ ਦੀ ਵਿਚਾਰ ਕਰਨੀ ਹੈ। ਮਹਾਰਾਜ ਕਹਿਣ ਲੱਗੇ, ਵੇਖੋ ਜਿਹੜਾ ਇਹ ਸੰਸਾਰ ਹੈ ਕਈ ਪ੍ਰਕਾਰ ਦਾ ਹੈ, ਇਹਦੇ ਵਿੱਚ ਪਰਮਾਤਮਾ ਵਸ ਰਿਹਾ ਹੈ। ਕਦੀ ਕੋਈ ਜੀਵ ਸੰਸਾਰ ਦੇ ਉੱਤੇ ਨਿਰਤ ਕਰਦਾ ਹੈ, ਭਾਵ ਨੱਚ ਰਿਹਾ ਹੈ। ਕੋਈ ਸੰਸਾਰ ਦੇ ਅੰਦਰ ਸੁੱਤਾ ਹੋਇਆ ਹੈ, ਕੋਈ ਇਸ ਦੁਨੀਆ ਦੇ ਅੰਦਰ ਕ੍ਰੋਧ ਕਰਦਾ ਹੈ, ਕੋਈ ਕਿਸੇ ਦੇ ਅੰਦਰ ਬੜੀ ਨਿਮਰਤਾ ਹੈ, ਉਹ ਦੁਨੀਆ ਦੇ ਸੰਗਤ ਦੇ ਚਰਨਾਂ ਦੀ ਧੂੜ ਹੈ। ਕੋਈ ਸੰਸਾਰ ਦੇ ਉੱਤੇ ਰਾਜ ਭਾਗ ਮਾਣਦਾ, ਕੋਈ ਭੀਖ ਮੰਗ ਕੇ ਸਮਾਂ ਟਪਾਉਂਦਾ ਹੈ। ਕਿਸੇ ਨੂੰ ਸੰਸਾਰ ਦੇ ਉੱਤੇ ਜਸ ਦੀ ਪ੍ਰਾਪਤੀ ਹੁੰਦੀ ਹੈ, ਕੋਈ ਸੰਸਾਰ ਦੇ ਵਿੱਚ ਬਦਨਾਮੀ ਖੱਟਦਾ ਹੈ। ਇਹ ਸਾਰੇ ਹੀ ਪਰਮਾਤਮਾ ਦੇ ਰੰਗ ਨੇ, ਸਭ ਉਹਦੇ ਪਰਮੇਸ਼ਰ ਦੇ ਰੰਗ ਨੇ, ਕਿਉਂਕਿ ਸਾਰੇ ਜੀਵਾਂ ਦੇ ਅੰਦਰ ਪਰਮਾਤਮਾ ਆਪ ਵਸ ਰਿਹਾ ਤੇ ਜਿਵੇਂ ਪਰਮਾਤਮਾ ਨੂੰ ਪਾਉਂਦਾ ਹੈ ਉਹ ਵੀ ਸਾਨੂੰ ਉਹਨਾਂ ਹਾਲਾਤਾਂ ਵਿੱਚ ਉਹ ਰੱਖਦਾ ਹੈ। ਜੇ ਕੋਈ ਸੰਸਾਰ ਦੇ ਉੱਤੇ ਖੁਸ਼ ਹੈ ਤੇ ਉਹਦੇ ਅੰਦਰ ਵੀ ਪਰਮਾਤਮਾ ਹੈ, ਜੇ ਕੋਈ ਉਦਾਸੀ ਧਾਰ ਕੇ ਬੈਠਾ ਹੈ ਤੇ ਉਹਦੇ ਅੰਦਰ ਵੀ ਰੱਬ ਆਪ ਹੈ। ਜੇ ਕੋਈ ਕ੍ਰੋਧ ਕਰਦਾ ਹੈ, ਮਹਾਰਾਜ ਕਹਿਣ ਲੱਗੇ ਉਹਦੇ ਅੰਦਰ ਵੀ ਪਰਮੇਸ਼ਰ ਹੈ। ਜੇ ਕੋਈ ਨਿਮਰਤਾ ਵਿੱਚ ਰਹਿ ਕੇ ਆਪਣੇ ਆਪ ਨੂੰ ਧੂੜ ਸਮਝਦਾ ਤੇ ਉਹ ਵੀ ਪਰਮਾਤਮਾ ਦੀ ਖੇਡ ਹੈ। ਭਾਵ ਇਹ ਕਿ ਜੋ ਕੁਝ ਵੀ ਅਸੀਂ ਸੰਸਾਰ ਦੇ ਉੱਤੇ ਤੱਕਦੇ ਹਾਂ, ਉਹ ਭਾਵੇਂ ਚੰਗਾ ਹੈ ਭਾਵੇਂ ਮੰਦਾ ਹੈ, ਇਹ ਸਭ ਪਰਮਾਤਮਾ ਦੀ ਖੇਡ ਹੈ, ਪਰਮਾਤਮਾ ਦੇ ਰੰਗ ਨੇ। ਕਿਉਂਕਿ ਸਾਰੇ ਜੀਵਾਂ ਦੇ ਅੰਦਰ ਉਹ ਆਪ ਹੈ, ਕੋਈ ਐਸਾ ਜੀਵ ਨਹੀਂ ਕਿ ਜਿਸ ਦੇ ਅੰਦਰ ਪਰਮਾਤਮਾ ਦੀ ਹੋਂਦ ਨਾ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਵੇਖੋ ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ ਕਰਦੇ ਹਾਂ ਤੇ ਭਗਤ ਨਾਮਦੇਵ ਜੀ ਉਹ ਕਿਰਪਾ ਕਰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਗਤ ਨਾਮਦੇਵ ਜੀ ਕਹਿਣ ਲੱਗੇ, ਮੈਨੂੰ ਇਹ ਦੱਸੋ ਇਹੋ ਜੀ ਕੋਈ ਥਾਂ ਹੈ ਸੰਸਾਰ ਦੇ ਉੱਤੇ ਜਿੱਥੇ ਪਰਮਾਤਮਾ ਨਹੀਂ, ਉਹ ਸਾਰਿਆਂ ਦੇ ਅੰਦਰ ਵਸ ਰਿਹਾ। ਭਗਤ ਰਵਿਦਾਸ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਸਰਬੇ ਏਕ ਅਨੇਕੈ ਸੁਆਮੀ, ਸਭ ਕਡ ਭੁਗਵੈ ਸੋਈ, ਕਹਿ ਰਵਿਦਾਸ ਹੱਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਮਹਾਰਾਜ ਕਿਰਪਾ ਕਰਨ ਵੀ ਪਰਮੇਸ਼ਰ ਜਿਹੜਾ ਹੈ ਉਹ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ ਤੇ ਇਹ ਸਭ ਉਹਦੇ ਰੰਗ ਨੇ, ਇਹ ਸਾਰੀ ਉਹਦੀ ਖੇਡ ਹੈ। ਤੇ ਆਪਾਂ ਇਸ ਤਮਾਸ਼ੇ ਨੂੰ ਸਮਝ ਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਹੈ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਕਿ ਮੈਂ ਸੰਸਾਰ ਦਾ ਤਮਾਸ਼ਾ ਵੇਖਣ ਆਇਆ, ਤਮਾਸ਼ੇ ਦਾ ਹਿੱਸਾ ਨਹੀਂ ਬਣਨਾ, ਉਹਨੂੰ ਵੇਖਣਾ ਹੈ, ਚੰਗੀ ਤਰ੍ਹਾਂ ਬਚਣਾ ਹੈ। ਕਿਉਂਕਿ ਜਦੋਂ ਵੀ ਕੋਈ ਤਮਾਸ਼ਾ ਵਿਖਾਣ ਆਉਂਦਾ ਅਸੀਂ ਕੇਵਲ ਉਹਨੂੰ ਵੇਖਦੇ ਹਾਂ ਪਰ ਉਹਦਾ ਹਿੱਸਾ ਨਹੀਂ ਬਣਦੇ। ਮਨੁੱਖ ਜਿਹੜਾ ਸੰਸਾਰ ਦੇ ਉੱਤੇ ਆ ਕੇ ਇਹ ਜਿਹੜਾ ਤਮਾਸ਼ਾ ਚੱਲ ਰਿਹਾ ਹੈ ਉਹਦੇ ਵਿੱਚ ਇੰਨਾ ਗਲਤਾਨ ਹੋ ਗਿਆ ਵੀ ਉਹਦਾ ਹਿੱਸਾ ਹੀ ਬਣ ਗਿਆ। ਵੇਖਣਾ ਸੀ ਇਹਨੂੰ, ਸੰਸਾਰ ਦੇ ਉੱਤੇ ਮੰਨਣਾ ਸੀ, ਪਰ ਅਸੀਂ ਇਹਦੇ ਵਿੱਚ ਇਹਦਾ ਰੂਪ ਹੋ ਗਏ। ਭਾਵ ਇਹ ਕਿ ਸੰਸਾਰ ਦੇ ਵਿੱਚ ਰਹਿਣਾ ਸੀ, ਇਹ ਸੰਸਾਰ ਇੱਕ ਖੇਡ ਹੈ, ਪਰ ਇਸ ਖੇਡ ਵਿੱਚ ਰਹਿੰਦਿਆਂ ਕੇਵਲ ਪਰਮੇਸ਼ਰ ਦੀ ਭਗਤੀ ਕਰਨੀ ਸੀ, ਪਰ ਆਪਾਂ ਇਸ ਖੇਡ ਨੂੰ ਸੱਚ ਕੱਢ ਕੇ ਮੰਨ ਲਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਫਰਮਾਨ,
महाराज कहन कि मैं इस दुनिया विच तमाशा वेखण आया, बन नहीं आया। असी तमाशा दुनिया विच बन गए पर इनू वेख ना सके। जो परमात्मा दे भगत ने, जो गुरु दा सिख है, वो संसार नू एक तमाशा समझ के इनू केवल वेखदा है पर इहदा हिस्सा नहीं बनदा। भाव ये वो दुनिया विच रह के भी इहदे तो उदास है, ओदी अंतर आत्मा विच केवल प्रभु है। जदों सिद्ध गुरु नानक देव सच्चे पातशाह जी नूं प्रश्न करदे ने, वो कहन लगे महाराज ये संसार माया दा मोह है, ਇਹਦੇ ਵਿੱਚੋਂ ਬਚਿਆ नहीं जा सकता, ਇਹਨੂੰ ਕਿਵੇਂ पार किया जा सकता है। ਉਹ ਜੋਗੀਆਂ ਦੀ ਧਾਰਨਾ ਇਹ ਸੀ कि ਜਦੋਂ ਸੰਸਾਰ ਦੇ ਵਿੱਚ ਰਹੀਏ ਤੇ ਕਦੀ परमात्मा नहीं मिलता, ਉਹਦੇ वास्ते ਸਾਨੂੰ दूर जाना पैंदा है। भाव ਇਹ दुनिया ਛੱਡਣੀ ਪੈਂਦੀ है। ਤੇ गुरु नानक साहब जी ने उत्तर दिता कि जोगी जी वेखो, जिस प्रकार एक कमल दा फुल वो चिक्कड़ दे विच खिड़दा है पर सदा ओदे तो बाहर रहिंदा है, ओदा हिस्सा नहीं बनदा, ओदा जन्म चिक्कड़ विच होया है। पर वो कदी वेखो तुसी ध्यान दे नाल ओदे तो बाहर होवेगा, ओदी डंडी कमल दी उत्ते हुंदी है। ओदा जन्म ते वेखो चिक्कड़ विच होया पर ओदे तो बाहर है। ते महाराज कहन के जिस प्रकार एक मुरगाई वो पानी विच तैरदी है पर अपने खंभा नूं भीजन नहीं देंदी, जदों ओदा चित करदा है ओदे विचों उडारी मार जांदी है। उसे तरह जिहड़ा गुरु दा सिख है वो संसार एक तमाशे विच रहिंदा है पर ओदा जिहड़ा मन है वो परमात्मा विच जुड़िया है। रहना ते इस दुनिया विच पर जिहड़ी सुरत है वो केवल परमात्मा विच जोड़नी है। ओदे रंगां नूं समझना है, ये सब ओदा ही पसारा है। उथे सतगुरु जी ने बचन किया, गुरदेव कहन के जैसे जड़ में कमल निरालम, मुरगाई न साणे, शब्द सुरत भाव सागर तरीए, नानक नाम बखाणे। जदों आपां अपनी सुरत नूं शब्द विच जोड़ांगे ते साध संगत जी परमेश्वर दा नाम जप के मनुख जिहड़ा इस दुनिया दे रंगां नूं समझदा होया इहदा भेद पा के इहदे विचों सहजे ही पार हो जांदा है। गुरु साहब ने सानूं इह जुगत दित्ती, मार्ग दिता। इसे करके महाराज कहन लगे कि सतगुर की ऐसी वडियाई पुत्र कलतर विचे गत पाई, कि सतगुरु दी ये शोभा है कि जिहड़ा सतगुरु तेरी संगत विच आ गया तो किरपा करके उन्हों पार उतार देना है। वो अपने परिवार विच भी रहिंदा होया, ओदी पत्नी है, ओदे पुत्र ने, ओदा टब्बर है, ओदा परिवार है, पर वो परिवार दे विच रह के भी परमात्मा नूं पा लैंदा है। उन्हों किते भटकण दी लोड़ नहीं, क्योंकि साचे वे संसार एक तमाशा है। असी ਉਹਦੇ ਵਿੱਚ ਰਹਿ ਕੇ ਰੱਬ ਨੂੰ ਪਾਉਣਾ ਹੈ। ਉਹਦੇ ਅਨੇਕਾਂ ਰੰਗ ਨੇ ਸਾਧ ਸੰਗਤ ਜੀ। ਗੁਰੂ ਸਾਹਿਬ ਨੇ ਸਾਨੂੰ ਇਹ ਰਸਤਾ ਦਿੱਤਾ, ਗੁਰੂ ਨੇ ਮਾਰਗ ਦਿੱਤਾ ਵੀ ਤੂੰ ਸੰਗਤ ਵਿੱਚ ਆ, ਪ੍ਰੇਮਾ ਭਗਤੀ ਕਰ, ਇਸ ਪ੍ਰਕਾਰ ਤੇਰਾ ਪਾਰ ਉਤਾਰਾ ਹੋਵੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਆਪਾਂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਇਤਿਹਾਸ ਪੜ੍ਹੀਏ ਤੇ ਸਾਧ ਸੰਗਤ ਜੀ गुरु अर्जुन देव महाराज सच्चे पातशाह जी का एक सिख होया, ओदा पिंड मांगट सी। ते महाराज ने गुरु अर्जुन देव जी ने अपने एक सिख नूं भेजिया, ओदे हाथ एक हुक्म दिता कि ये जिहड़ा हुक्मनामा है तू उस सिख दे पास पहुँचाना है। ते साध संगत जी जदों भी भाई बन्नो सी, ओदा नाम, मांगट पिंड दे रहन वाले सन,
ਤੇ ਉਹ ਜਿਹੜਾ ਸਿੱਖ ਸਾਧ ਸੰਗਤ ਜੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਟੁਰਿਆ ਤੇ ਹੁਕਮ ਲੈ ਕੇ ਉਹ ਚਿੱਠੀ ਲੈ ਕੇ ਜਦੋਂ ਪਹੁੰਚਿਆ ਨਾ ਉਸ ਸਿੱਖ ਦੇ ਪਾਸ, ਤੇ ਉਹਦੀ ਬੜੀ ਸ਼ੋਭਾ ਸੁਣੀ ਸੀ ਵੀ ਇਹ ਸਿੱਖ ਜਿਹੜਾ ਬੜਾ ਧਰਮੀ ਹੈ, ਧਰਮ ਦੀ ਕਿਰਤ ਕਰਦਾ ਹੈ, ਇਹਦੇ ਉੱਤੇ ਸੰਸਾਰ ਦੇ ਮੋਹ ਦਾ ਪ੍ਰਭਾਵ ਨਹੀਂ, ਇਹ ਗੁਰੂ ਦਾ ਸਿੱਖ ਹੈ, ਗੁਰੂ ਦੀ ਸੰਗਤ ਵਿੱਚ ਰਹਿੰਦਾ ਹੈ, ਪਦਾਰਥਾਂ ਦਾ ਕੋਈ ਪ੍ਰਭਾਵ ਨਹੀਂ ਇਹਦੇ ਚਿੱਤ ਉੱਤੇ। ਉਹ ਜਦੋਂ ਜਾ ਕੇ ਵੇਖਿਆ ਤੇ ਕੀ ਤੱਕਦਾ, ਉਹ ਸਿੱਖ ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹ ਕੀ ਤੱਕਦਾ ਵੀ ਦੁਕਾਨਦਾਰ ਸਨ ਉਹ ਭਾਈ ਬੰਨੋ ਜੀ ਤੇ ਸਾਧ ਸੰਗਤ ਜੀ। ਦੁਕਾਨ ਦੇ ਉੱਤੇ ਇੱਕ ਗਾਹਕ ਆਇਆ ਤੇ ਉਸ ਗਾਹਕ ਦੇ ਨਾਲ 2 ਪੈਸਿਆਂ ਦੀ ਅੜੀ ਬਣ ਗਈ। ਉਹ ਜਿਹੜਾ ਗਾਹਕ ਕਹਿੰਦਾ ਵੀ ਭਾਈ ਸਿੱਖਾ ਮੈਨੂੰ 2 ਪੈਸੇ ਚਾਹੀਦੇ ਨੇ, ਮੇਰੇ ਰਹਿੰਦੇ ਨੇ, ਪਰ ਅੱਗੋਂ ਸਿੱਖ ਕਹਿੰਦਾ ਨਹੀਂ ਵੀ 2 ਪੈਸੇ ਮੈਂ ਤੇਰੇ ਤੋਂ ਲੈਣੇ ਨੇ, ਮੇਰਾ ਹੱਕ ਬਣਦਾ। ਤੇ ਉਹ ਜਿਹੜਾ ਗਾਹਕ ਕਹਿੰਦਾ ਵੀ 2 ਪੈਸਿਆਂ ਦੀ ਤੂੰ ਕੀ ਗੱਲ ਕਰਨਾ, ਇਹਨਾਂ ਤੇਰੀ ਦੁਕਾਨ ਤੋਂ ਆਪਾਂ ਸੌਦਾ ਲੈ ਕੇ ਜਾਂਦੇ ਹਾਂ ਤੇ ਤੂੰ 2 ਪੈਸਿਆਂ ਦੇ ਪਿੱਛੇ ਝਗੜਾ ਪਾ ਕੇ ਬੈਠਾ ਹੈ। ਮੁੱਕਦੀ ਗੱਲ ਇਹ ਕਿ ਜਿਹੜਾ ਗੁਰੂ ਦਾ ਸਿੱਖ ਸੀ ਉਹਨੇ ਅਖੀਰ ਜਦੋਂ ਵੀ ਉਹ ਝਗੜਾ ਬਣਿਆ, ਅੜੀ ਬਣੀ, ਗਾਹਕ ਦੇਣ ਨੂੰ ਤਿਆਰ ਨਹੀਂ, ਤੇ ਭਾਈ ਬੰਨੋ ਜੀ ਕਹਿੰਦੇ ਵੀ ਨਹੀਂ, ਜੋ ਮੇਰਾ ਹੱਕ ਹੈ ਤੂੰ ਇੱਥੇ ਰੱਖ। ਹੁਣ ਸਾਧ ਸੰਗਤ ਜੀ ਵੇਖੋ, ਆਪਾਂ ਵੀ ਦੁਕਾਨ ਤੇ ਜਾਂਦੇ ਆ ਤੇ ਦੁਕਾਨ ਤੇ ਜਾ ਕੇ ਜੇ ਕੋਈ 1 ਰੁਪਈਏ ਦੀ ਕੋਈ ਚੁਬਾਨੀ ਠਿਆਨੀ ਦੀ ਗੱਲ ਹੋਵੇ ਤੇ ਅਸੀਂ ਪਰਵਾਹ ਨਹੀਂ ਕਰਦੇ, ਅਸੀਂ ਕਹਾਂਗੇ ਵੀ ਕੋਈ ਗੱਲ ਨਹੀਂ, ਤੇ ਨਾ ਦੁਕਾਨਦਾਰ ਕਰਦਾ ਵੀ 1 ਰੁਪਏ ਦੀ ਗੱਲ ਵੀ ਕੀ ਹੈ। ਜਿੱਥੇ ਹਜ਼ਾਰਾਂ ਦਾ ਸੌਦਾ ਹੋਵੇ 1 ਰੁਪਈਏ ਦੀ ਕੋਈ ਕੀਮਤ ਨਹੀਂ। ਪਰ ਹੈਰਾਨਗੀ ਦੀ ਬਾਤ ਵੀ ਸਤਿਗੁਰੂ ਜੀ ਦੇ ਉਸ ਦੁਕਾਨਦਾਰ ਸਿੱਖ ਨੇ ਸਾਧ ਸੰਗਤ ਜੀ 2 ਪੈਸੇ ਲੈ ਕੇ ਛੱਡੇ, ਜੋ ਉਹਨਾਂ ਦਾ ਹੱਕ ਬਣਦਾ ਸੀ ਉਹ ਲੈ ਕੇ ਫਿਰ ਉਹ ਸ਼ਾਂਤ ਹੋ ਕੇ ਬੈਠੇ। ਝਗੜਾ ਵੀ ਹੋਇਆ, ਭਾਵ ਗੱਲਾਂ ਬਾਤਾਂ ਦੇ ਰਾਹੀਂ ਬਹਿਸ ਵੀ ਹੋਈ, ਪਰ ਜੋ 2 ਪੈਸੇ ਦੀ ਅੜੀ ਬਣੀ ਸੀ ਉਹ ਨਿਪਟ ਗਈ। ਭਾਵ ਇਹ ਉਸ ਦੁਕਾਨਦਾਰ ਸਿੱਖ ਨੇ, ਉਹ ਜਿਹੜਾ ਸਤਿਗੁਰੂ ਜੀ ਦਾ ਭਜਨੀਕ ਸੀ, ਰੱਬ ਨੂੰ ਮੰਨਦਾ ਸੀ, ਧਰਮ ਦੀ ਕਿਰਤ ਕਰਦਾ ਸੀ, ਤੇ ਉਹਨਾਂ 2 ਪੈਸੇ ਲੈ ਕੇ ਹੀ ਗੱਲ ਮੁਕਾਈ। ਉਹ ਜਿਹੜਾ ਸਿੱਖ ਆਇਆ ਸੀ ਗੁਰੂ ਅਰਜਨ ਦੇਵ ਜੀ ਦਾ ਪੱਤਰ ਲੈ ਕੇ, ਜਾਂ ਕਹਿ ਲਓ ਵੀ ਹੁਕਮ ਲੈ ਕੇ ਇਹ ਸਿੱਖ ਨੂੰ ਦੇਣਾ ਸੀ, ਉਹ ਹੈਰਾਨ ਹੋਇਆ ਵੀ ਮੈਂ ਤੇ ਇਹਦੇ ਬਾਰੇ ਸੁਣਿਆ ਸੀ ਕਿ ਇਹ ਸਿੱਖ ਤੇ ਜਿਹੜੇ ਪਦਾਰਥਾਂ ਦੀ ਪਰਵਾਹ ਨਹੀਂ ਕਰਦਾ, ਪਰ ਇਹ ਕਾਹਦਾ ਸਿੱਖ ਹੈ, ਇਹਨੇ ਆਪਣਾ ਧਿਆਨ 2 ਪੈਸਿਆਂ ਵਿੱਚ ਹੀ ਟਿਕਾਇਆ ਹੋਇਆ ਹੈ, ਇਹਨੂੰ ਅਜੇ ਪਰਮਾਤਮਾ ਦੀ ਸੋਝੀ ਨਹੀਂ, ਅਜੇ ਤੇ ਕੇਵਲ ਪਦਾਰਥਾਂ ਦੀ ਗੱਲ ਕਰਦਾ ਹੈ। ਤੇ ਅੰਦਰ ਜਿਹੜਾ ਪ੍ਰਭਾਵ ਸੀ ਉਹ ਦੂਜੇ ਪਾਸੇ ਚਲਾ ਗਿਆ ਵੀ ਇਹ ਤੇ ਮਾਇਆ ਵਿੱਚ ਰਤਿਆ ਪਿਆ। ਖੈਰ ਜਦੋਂ ਉਹ ਸੰਦੇਸ਼ ਲੈ ਕੇ ਪਹੁੰਚੇ, ਬੜਾ ਸਤਿਕਾਰ ਦਿੱਤਾ, ਅਦਬ ਦਿੱਤਾ, ਬਹੁਤ ਆਓ ਭਗਤ ਕੀਤੀ, ਤੇ ਉਸ ਸਿੱਖ ਨੇ ਆ ਕੇ ਨਮਸਕਾਰ ਵੀ ਕੀਤੀ। ਤੇ ਭਾਈ ਬੰਨੋ ਪੁੱਛਦਾ, ਸਿੱਖਾ ਦੱਸ ਮੈਂ ਤੇਰੀ ਕੀ ਸੇਵਾ ਕਰਾਂ, ਤੂੰ ਗੁਰੂ ਦਾ ਪੱਤਰ ਲੈ ਕੇ ਆਇਆ, ਮੇਰੇ ਵਾਸਤੇ ਤੂੰ ਬਹੁਤ ਕੁਝ ਹੈ, ਤੂੰ ਗੁਰੂ ਦੀ ਨਗਰੀ ਵਿੱਚੋਂ ਆਇਆ ਤੇ ਗੁਰੂ ਦਾ ਸਿੱਖ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਤੂੰ ਮੇਰਾ ਸਾਥੀ ਹੈ, ਗਿਆਨੀ ਧਿਆਨੀ ਗੁਰਹਾਈ। ਮਹਾਰਾਜ ਕਹਿਣਗੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਭਾਵੇਂ ਕਿਸੇ ਮਜ਼ਹਬ ਦੇ ਹੋਣ, ਉਹ ਸਾਡੇ ਮਿੱਤਰ ਹੀ ਹੁੰਦੇ ਨੇ, ਕਿਉਂਕਿ ਉਹਨਾਂ ਦੀ ਅਵਸਥਾ ਇੱਕ ਹੁੰਦੀ ਹੈ। ਖੈਰ ਮੁੱਕਦੀ ਗੱਲ, ਭਾਈ ਬੰਨੋ ਜੀ ਕਹਿਣ ਲੱਗੇ, ਭਲਿਆ ਮੈਨੂੰ ਇਹ ਦੱਸ ਮੈਂ ਤੇਰੀ ਕੀ ਸੇਵਾ ਕਰਾਂ, ਜੋ ਕੁਝ ਤੈਨੂੰ ਚਾਹੀਦਾ ਹੈ ਮੰਗ, ਮੈਂ ਤੈਨੂੰ ਉਹ ਦੇਣ ਨੂੰ ਤਿਆਰ ਹਾਂ। ਤੇ ਉਹ ਸਿੱਖ ਨੇ ਸੋਚਿਆ ਵੀ ਇਹ ਤੇ 2 ਪੈਸਿਆਂ ਦੇ ਪਿੱਛੇ ਲੜ ਪਿਆ ਸੀ, ਇਹ ਕੀ ਸੇਵਾ ਕਰੇਗਾ। ਫਿਰ ਵੀ ਉਹਨਾਂ ਕਿਹਾ ਵੀ ਜੇ ਤੂੰ ਸੇਵਾ ਕਰਨੀ ਹੈ ਨਾ, ਫਿਰ ਇੱਕ ਕੰਮ ਕਰ ਕਿ ਮੇਰੇ ਵਾਸਤੇ ਘਿਓ ਦਾ ਪ੍ਰਬੰਧ ਕਰ, ਮੈਂ ਘਿਓ ਦਾ ਇਸ਼ਨਾਨ ਕਰਨਾ। ਭਾਈ ਬੰਨੋ ਕਹਿੰਦਾ ਗੱਲ ਹੀ ਕੋਈ ਨਹੀਂ, ਘਿਓ ਦੇ ਪੀਪੇ ਤਿਆਰ ਕਰਕੇ ਦੇ ਦਿੱਤੇ।
ਤੇ ਵੇਖੋ ਕਹਿਣ ਲੱਗਾ, ਉਹ ਸਿੱਖ ਕਹਿੰਦਾ ਵੀ ਮੈਂ ਘਿਓ ਦਾ ਇਸ਼ਨਾਨ ਕਰਨੇ, ਘਿਓ ਦੇ ਨਾਲ, ਦੇਸੀ ਘਿਓ ਦੇ ਨਾਲ। ਤੇ ਹੁਣ ਦੁਕਾਨਦਾਰ ਸਿੱਖ ਨੇ ਉਦੋਂ ਹੀ ਘਿਓ ਦਾ ਪ੍ਰਬੰਧ ਕਰ ਦਿੱਤਾ, ਚੌਂਕੀ ਰੱਖ ਦਿੱਤੀ, ਗੜਬਾ ਭਰ ਕੇ ਘਿਓ ਦਾ ਰੱਖ ਦਿੱਤਾ, ਹੋਰ ਵੀ ਪੀਪੇ ਭਰ ਕੇ ਰੱਖ ਦਿੱਤੇ। ਸਿੱਖਾ ਜਿੰਨਾ ਤੇਰਾ ਚਿੱਤ ਕਰਦਾ ਤੂੰ ਰੱਜ ਰੱਜ ਕੇ ਇਸ਼ਨਾਨ ਕਰ ਇਸ ਘਿਓ ਦੇ ਨਾਲ, ਮੈਨੂੰ ਕੋਈ ਪਰਵਾਹ ਨਹੀਂ। ਤੇ ਉਹ ਸਿੱਖ ਜਿਹੜਾ ਸੀ ਸੰਦੇਸ਼ ਲੈ ਕੇ ਆਉਣ ਵਾਲਾ, ਉਹ ਸਾਧ ਸੰਗਤ ਜੀ ਬੜਾ ਹੈਰਾਨ ਹੋਇਆ ਵੀ ਇੱਕ ਪਾਸੇ ਤੇ 2 ਪੈਸਿਆਂ ਦੀ ਲੜਾਈ ਤੇ ਦੂਜੇ ਪਾਸੇ ਵੀ ਪਰਵਾਹ ਕੋਈ ਨਹੀਂ ਕਰਦਾ ਪਿਆ, ਘਿਓ ਦੇ, ਦੇਸੀ ਘਿਓ ਦੇ ਪੀਪੇ ਰੱਖ ਦਿੱਤੇ ਮੇਰੇ ਇਸ਼ਨਾਨ ਵਾਸਤੇ। ਵੀ ਇਹ ਕਿਹੋ ਜੀ ਧਾਰਾ ਹੈ, ਇਹ ਕਿਹੋ ਜੀ ਵਿਚਾਰਧਾਰਾ ਹੈ। ਤੇ ਉਸ ਸਿੱਖ ਨੇ ਕਿਹਾ ਵੀ ਭਲਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਤੂੰ 2 ਪੈਸਿਆਂ ਦੀ ਅੜੀ ਕੀਤੀ, ਪਰਵਾਹ ਕੀਤੀ, ਉਹਨਾਂ ਦਾ ਮੋਹ ਕੀਤਾ, ਤੇ ਦੂਜੇ ਪਾਸੇ ਵੀ ਤੂੰ ਦੇਸੀ ਘਿਓ ਦੇ ਪੀਪਿਆਂ ਦੀ ਲੈਣ ਲਾ ਦਿੱਤੀ ਮੇਰੇ ਵਾਸਤੇ। ਤੈਨੂੰ ਜਰਾ ਫਰਕ ਨਹੀਂ ਪੈਣਾ ਵੀ ਘਿਓ ਰੁੜੇਗਾ, ਨਾਸ਼ ਹੋਵੇਗਾ, ਘਾਟਾ ਪਏਗਾ ਤੇਰੇ ਸੌਦੇ 'ਚ, ਵਪਾਰ 'ਚ। ਇਹ ਕਿਸ ਪ੍ਰਕਾਰ ਦੀ ਤੇਰੀ ਸੋਚ ਹੈ? ਤੇ ਅੱਗੋਂ ਸਿੱਖ ਨੇ ਉੱਤਰ ਦਿੱਤਾ, ਭਲਿਆ ਕਿ ਉਹ ਜਿਹੜਾ ਸੀ ਨਾ, ਉਹ ਮੇਰਾ ਧੰਦਾ ਸੀ, ਉਹ ਮੇਰੀ ਕਿਰਤ ਸੀ। ਤੇ ਜਿਹੜਾ ਗੁਰੂ ਦਾ ਸਿੱਖ ਹੋਵੇ, ਨਾ ਆਪਣਾ ਹੱਕ ਕਿਸੇ ਨੂੰ ਦਿੰਦਾ ਤੇ ਨਾ ਕਿਸੇ ਦਾ ਹੱਕ ਖੋਂਦਾ, ਮੇਰਾ ਹੱਕ ਸੀ ਉਹ, ਮੈਂ ਇਸ ਕਰਕੇ ਪ੍ਰਾਪਤ ਕੀਤਾ, ਮੈਂ ਕੋਈ ਨਜਾਇਜ਼ ਨਹੀਂ ਕੀਤੀ। ਤੇ ਦੂਜੇ ਪਾਸੇ ਜੇ ਤੂੰ ਇਹ ਗੱਲ ਕਰਦਾ ਹੈ ਵੀ ਘਿਓ ਦੇ ਪੀਪੇ ਪੇਸ਼ ਕਰ ਦਿੱਤੇ, ਮੈਂ ਤਾਂ ਕੀਤੇ ਕਿਉਂਕਿ ਸਾਚੇ ਵੇ ਤੂੰ ਗੁਰੂ ਦਾ ਸਿੱਖ ਹੈ, ਧਰਮ ਦੇ ਵਾਸਤੇ ਸਿੱਖ ਤੇ ਆਪਣੀ ਜਾਨ ਵੀ ਦੇ ਸਕਦਾ, ਘਿਓ ਕੀ ਚੀਜ਼ ਹੈ। ਸੋ ਇਸ ਕਰਕੇ ਵੀ ਜੇ ਮੈਂ ਆਪਣੀ ਕਿਰਤ ਨਾ ਕਰਾਂ ਤੇ ਕਿ ਮੈਂ ਧਰਮ ਕਮਾ ਸਕਦਾ ਹਾਂ? ਜੇ ਮੈਂ ਇਸ ਪ੍ਰਕਾਰ ਪ੍ਰਵਾਹ ਨਾ ਕਰਾਂ ਤੇ ਅੱਜ ਮੈਂ ਤੈਨੂੰ ਦੇਸੀ ਘਿਓ ਦੇ ਪੀਪੇ ਦੇ ਸਕਣਾ, ਕਿਉਂਕਿ ਚੇਤਾ ਰੱਖਿਓ ਵੀ ਜਿਹੜਾ ਆਪ ਸੰਪੰਨ ਨੇ ਉਹੀ ਦੂਜਿਆਂ ਨੂੰ ਕੁਝ ਦੇ ਸਕਦਾ ਹੈ। ਜੋ ਆਪ ਅਜੇ ਤੱਕ ਭਿਖਾਰੀ ਹੈ ਉਹ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਇਸ ਕਰਕੇ ਵਿਦਵਾਨ ਕਹਿੰਦੇ ਨੇ ਵੀ ਮਨੁੱਖ ਨੂੰ ਸਵਾਰਥੀ ਹੋਣਾ ਚਾਹੀਦਾ ਹੈ। ਸਵਾਰਥੀ ਤੋਂ ਭਾਵ ਖੁਦਗਰਜ਼ ਨਹੀਂ, ਸਵਾਰਥੀ ਤੋਂ ਭਾਵ ਹੈ ਪਹਿਲਾਂ ਆਪਣਾ ਭਲਾ ਕਰੇ, ਆਪਣੇ ਆਪ ਨੂੰ ਸਮਰਿੱਧ ਬਣਾਏ, ਫਿਰ ਸਾਧ ਸੰਗਤ ਜੀ ਇਹ ਦੂਜਿਆਂ ਦਾ ਭਲਾ ਕਰ ਸਕਦਾ ਹੈ। ਜੇਕਰ ਅਸੀਂ ਅਧੂਰੇ ਹਾਂ ਤੇ ਸਾਧ ਸੰਗਤ ਜੀ ਕਿਸੇ ਨੂੰ ਕੁਝ ਨਹੀਂ ਦੇ ਸਕਦੇ, ਉਹ ਸਤਿਗੁਰੂ ਦਾ ਸਿੱਖ ਕਹਿੰਦਾ, ਭਲਿਆ ਵੀ ਮੈਂ ਉਦੋਂ ਕਿਰਤ ਕਰਦਾ ਸਾਂ, 2 ਪੈਸੇ ਮੇਰਾ ਹੱਕ ਸੀ, ਮੈਂ ਇਸੇ ਕਰਕੇ ਪ੍ਰਾਪਤ ਕੀਤਾ। ਪਰ ਅੱਜ ਹੁਣ ਧਰਮ ਦੀ ਗੱਲ ਏ ਤੇ ਧਰਮ ਦੇ ਵਾਸਤੇ ਸਿੱਖ ਜਿਹੜਾ ਉਹ ਕਿਸੇ ਵੀ ਹੱਦ ਤੱਕ ਕੁਰਬਾਨੀ ਦੇ ਸਕਦਾ ਹੈ। ਤੇ ਗੁਰੂ ਪਿਆਰਿਓ, ਤੁਸੀਂ ਝਾਤੀ ਮਾਰ ਕੇ ਵੇਖੋ, ਅੱਜ ਦਿੱਲੀ ਬਾਰਡਰ ਤੇ ਜੋ ਇੰਨੇ ਪਦਾਰਥ ਆ ਰਹੇ ਨੇ, ਜੋ ਇਹਨਾਂ ਪ੍ਰਸ਼ਾਦਾ ਲੰਗਰ ਉੱਥੇ ਜਾ ਰਹੇ, ਉਹ ਕਿੱਥੋਂ ਆ ਰਹੇ? ਉਹ ਤੁਹਾਡੀ ਸੰਗਤ ਦੀ ਜੇਬ ਵਿੱਚੋਂ। ਕਿਉਂਕਿ ਗੁਰੂ ਨੇ ਸਾਨੂੰ ਇਹ ਸਿਖਾਇਆ ਵੀ ਸੰਸਾਰ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰੋ, ਪਰਮਾਤਮਾ ਦੇ ਭੇਦ ਨੂੰ ਸਮਝੋ। ਇਹ ਸਭ ਉਹਦੇ ਰੰਗ ਨੇ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਆਪਾਂ ਕੁਝ ਸੰਸਾਰ ਦੇ ਉੱਤੇ ਬੁਰਾ ਤੱਕਦੇ ਹਾਂ ਤੇ ਸਾਡੇ ਮਨ ਵਿੱਚ ਉਦਾਸੀ ਆਉਂਦੀ ਹੈ, ਆਪਾਂ ਨਿਰਾਸ਼ ਹੋ ਕੇ ਇਹ ਸੋਚਦੇ ਹਾਂ ਵੀ ਸੰਸਾਰ ਨੂੰ ਤਿਆਗ ਦਈਏ, ਇੱਥੇ ਕੁਝ ਵੀ ਨਹੀਂ। ਪਰ ਨਹੀਂ, ਸਭ ਪਾਸੇ ਜੇ ਕਿਤੇ ਕੋਈ ਨੱਚ ਰਿਹਾ ਤੇ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਨੇ ਉਹ ਵੀ ਪਰਮੇਸ਼ਰ ਹੈ। ਜੇ ਕੋਈ ਕਿਤੇ ਸੰਸਾਰ ਦੇ ਉੱਤੇ ਦੁਖੀ ਹੈ, ਉਹਦੇ ਵਿੱਚ ਵੀ ਰੱਬ ਹੈ। ਕੋਈ ਸੰਸਾਰ ਦੇ ਉੱਤੇ ਝਗੜਾ ਕਰਦਾ ਹੈ, ਕੋਈ ਮਿਲ ਬਹਿੰਦਾ ਹੈ, ਇਹ ਸਭ ਉਸ ਪਰਮਾਤਮਾ ਦੇ ਰੰਗ ਨੇ। ਉਹਦੇ ਰੰਗਾਂ ਨੂੰ ਸਮਝ ਕੇ ਆਪਾਂ ਪਰਮੇਸ਼ਰ ਦੇ ਵਿੱਚ ਅਭੇਦ ਹੋਣਾ ਹੈ। ਜਿਹੜੇ ਉਹਦੇ ਰੰਗਾਂ ਤੋਂ ਮੁਨਕਰ ਹੋ ਗਏ, ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਪਰਮਾਤਮਾ ਤੋਂ ਵੀ ਦੂਰ ਹੋ ਗਏ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਿਧਾਂਤ ਦਿੱਤਾ ਕਿ ਜੋ ਤੇ ਸੁਭਾਵੈ ਨਾਨਕਾ ਸਾਈ ਗਦ ਚੰਗੀ, ਕਿ ਜੋ ਪਰਮਾਤਮਾ ਤੈਨੂੰ ਪਾਉਂਦਾ ਹੈ,
ਗੁਰੂ ਨਾਨਕ ਸਾਹਿਬ ਉਹਨੂੰ ਪਿਆਰ ਕਰਦੇ ਨੇ। ਇਹ ਗੁਰਮਤਿ ਦਾ ਸਿਧਾਂਤ ਹੈ। ਸੋ ਇਸ ਕਰਕੇ ਉਹ ਸਿੱਖ ਕਹਿੰਦਾ ਵੀ ਭਾਈ ਬੰਨੋ ਜੀ, ਮੈਨੂੰ ਇਹ ਲੱਗਦਾ ਸੀ ਕਿ ਤੁਸੀਂ ਮਾਇਆ ਵਿੱਚ ਰੱਤੇ ਹੋ, ਪਰ ਤੁਹਾਡਾ ਇਹ ਸੁਭਾਅ ਤੱਕ ਕਿ ਮੈਨੂੰ ਸਮਝ ਆ ਗਈ ਕਿ ਆਪਾਂ ਸੰਸਾਰ ਦੇ ਵਿੱਚ ਕਿਵੇਂ ਰਹਿਣਾ ਹੈ, ਸਾਡਾ ਵਿਹਾਰ ਚੰਗਾ ਹੋਵੇ ਤੇ ਆਪਾਂ ਧਰਮ ਦੀ ਕਮਾਈ ਕਿਸ ਪ੍ਰਕਾਰ ਕਰਨੀ ਹੈ। ਕਿਉਂਕਿ ਸਿੱਖ ਨੂੰ ਗੁਰੂ ਸਾਹਿਬ ਨੇ ਧੰਦਾ ਵੀ ਦਿੱਤਾ ਤੇ ਧਰਮ ਵੀ ਦਿੱਤਾ। ਗੁਰੂ ਸਾਹਿਬ ਨੇ ਸਿੱਖ ਨੂੰ ਕਿਰਤ ਵੀ ਦਿੱਤੀ ਤੇ ਕਿਰਤੀ ਵੀ ਦਿੱਤੀ, ਕਿਉਂਕਿ ਇਹ ਸਭ ਪਰਮਾਤਮਾ ਦੇ ਰੰਗ ਨੇ। ਮੈਂ ਆਪ ਜੀ ਨੂੰ ਕਈ ਵਾਰੀ ਇਹ ਬੇਨਤੀ ਸ਼ਾਇਦ ਕੀਤੀ ਹੋਵੇ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਦੇਵ ਜੀ ਨੇ ਦੁਕਾਨ ਵਿੱਚ, ਮੋਦੀ ਖਾਨੇ ਵਿੱਚ ਕੰਮ ਕੀਤਾ ਤੇ ਵੇਖੋ ਉਹਨਾਂ ਦਾ ਢੰਗ ਕਿਹੋ ਜਿਹਾ ਸੀ। ਗੁਰੂ ਨਾਨਕ ਸਾਹਿਬ ਨੇ ਉਸ ਦੁਕਾਨ ਉੱਤੇ ਬੈਠ ਕੇ ਵੀ ਆਪਣੇ ਧਰਮ ਨੂੰ ਨਹੀਂ ਛੱਡਿਆ। ਕੋਈ ਜਿਹੜਾ ਭੁੱਖਾ ਪਿਆਸਾ ਆਉਂਦਾ ਉਹ ਕਦੀ ਖਾਲੀ ਨਹੀਂ ਗਿਆ ਤੇ ਗੁਰੂ ਨਾਨਕ ਸਾਹਿਬ ਨੇ 13 ਕਰਕੇ ਪਰਮੇਸ਼ਰ ਦੇ ਭਾਣੇ ਵਿੱਚ ਰਹਿ ਕੇ ਬਹੁਤ ਕੁਝ ਸੰਸਾਰ ਨੂੰ ਦਿੱਤਾ। ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਜੋ ਭੁੱਖਾ ਪਿਆਸਾ ਚਦ ਆਵੇ ਦਿਆਲ ਕੈ, ਪਰ ਪਲੜਾ ਤਿਸ ਦੇਹ ਤਰਾਜੂ ਢਾਲ ਕੈ। ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਪਾਸ ਜਦੋਂ ਭੁੱਖਾ ਪਿਆਸਾ ਕੋਈ ਆਉਂਦਾ ਸੀ, ਕੋਈ ਗਰੀਬ ਆਉਂਦਾ ਸੀ ਤੇ ਗੁਰੂ ਨਾਨਕ ਸਾਹਿਬ ਤਰਾਜੂ ਭਰ ਕੇ ਉਹਦੀ ਝੋਲੀ ਭਰ ਦਿੰਦੇ ਸਨ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਿਖਾਇਆ ਕਿ ਕਿਸ ਪ੍ਰਕਾਰ ਆਪਾਂ ਸੰਸਾਰ ਦੇ ਵਿੱਚ ਰਹਿਣਾ। ਸਾਡੇ ਅੰਦਰ ਧਰਮ ਵੀ ਚਾਹੀਦਾ ਹੈ ਤੇ ਆਪਾਂ ਸੰਸਾਰ ਦੀ ਕਿਰਤ ਵੀ ਕਰਨੀ ਹੈ। ਸਾਧ ਸੰਗਤ ਜੀ, ਇਤਿਹਾਸ ਵਿੱਚ ਸਾਖੀ ਆਉਂਦੀ ਏ, ਇੱਕ ਦਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹਿਸਾਬ ਕਿਤਾਬ ਕਰਦੇ ਪਏ ਸਨ। ਜੋ ਉਹਨਾਂ ਦਾ ਲੇਖਾ ਜੋਖਾ ਸੀ ਨਾ, ਉਹ ਸਾਡਾ ਗੁਰੂ ਨਾਨਕ ਦੇਵ ਜੀ ਦੇ ਕੋਲ ਸੀ। ਤੇ ਹਿਸਾਬ ਕਰਦਿਆਂ ਜਿਹੜਾ ਸ਼ਾਮ ਦਾ ਸੋਦਰ ਦਾ ਸਮਾਂ ਸੀ ਉਹ ਬਤੀਤ ਹੋ ਗਿਆ ਤੇ ਕੁਝ ਰਾਤ ਵੀ ਪੈ ਗਈ। ਤੇ ਜਦੋਂ ਹਿਸਾਬ ਕਿਤਾਬ ਪੂਰਾ ਕੀਤਾ, ਕੰਪਲੀਟ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਸੋਦਰ ਦੀ ਚੌਂਕੀ ਦਾ ਪਾਠ ਕੀਤਾ। ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਸੋਦਰ ਆਰਤੀ ਗਾਬੀਐ ਅੰਮ੍ਰਿਤ ਵੇਲੇ ਜਾਪ ਉਚਾਰਾ, ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਸੰਗਤਾਂ ਕਰਦੀਆਂ ਸਨ। ਇੱਥੇ ਜਾਪਦਾਰ ਤੇ ਜਪਜੀ, ਕਿਉਂਕਿ ਜਾਪ ਸਾਹਿਬ ਤੇ ਦਸਮ ਪਾਤਸ਼ਾਹ ਜੀ ਦਾ ਬਾਅਦ ਵਿੱਚ ਆਇਆ ਨਾ, ਤੇ ਸੋਦਰ ਦਾ ਪਾਠ ਸ਼ਾਮ ਨੂੰ ਧਰਮਸ਼ਾਲਾ ਵਿੱਚ ਹੁੰਦਾ ਸੀ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਿਸਾਬ ਕਿਤਾਬ ਕਰਦਿਆਂ ਵੀ ਉਸ ਵਿੱਚ ਇੰਨਾ ਸਮਾਂ ਲੱਗ ਗਿਆ ਕਿ ਜਿਹੜਾ ਸੋਦਰ ਦਾ ਪਾਠ ਸੀ ਉਹ ਸ਼ਾਮ ਨੂੰ ਕੀਤਾ ਨਹੀਂ। ਤੇ ਜਦੋਂ ਕੁਝ ਰਾਤ ਪਈ, ਸਮਾਂ ਵੀ ਅੱਗੇ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਉਹ ਲੇਖਾ ਜੇਖਾ ਪੂਰਾ ਕੀਤਾ ਨਾ, ਤੇ ਉਸ ਤੋਂ ਬਾਅਦ ਸੋਦਰ ਦਾ ਪਾਠ ਕੀਤਾ। ਤੇ ਸਿੱਖ ਨੇ ਕਿਹਾ, ਸਤਿਗੁਰੂ ਪਾਤਸ਼ਾਹ ਜੀ, ਕਿ ਜੇਕਰ ਅੱਜ ਸਮਾਂ ਬਤੀਤ ਹੋ ਗਿਆ ਸੀ, ਤੁਸੀਂ ਹਿਸਾਬ ਕਿਤਾਬ ਕਰਦਿਆਂ ਚਲੋ ਧਿਆਨ ਨਹੀਂ ਰਿਹਾ, ਤੇ ਬਾਅਦ ਵਿੱਚ ਤੁਸੀਂ ਸੋਦਰ ਦਾ ਪਾਠ ਕੀਤਾ, ਇੰਨਾ ਜ਼ਰੂਰੀ ਵੀ ਨਹੀਂ ਸੀ, ਸਮਾਂ ਤੇ ਲੰਘ ਹੀ ਗਿਆ ਸੀ। ਤੇ ਗੁਰੂ ਨਾਨਕ ਸਾਹਿਬ ਨੇ ਪੂਰਨੇ ਪਾਏ। ਗੁਰੂ ਨਾਨਕ ਸਾਹਿਬ ਨੇ ਕਿਹਾ, ਭਲਿਓ ਸਿੱਖੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਸ ਪ੍ਰਕਾਰ ਅਸੀਂ ਆਪਣੇ ਕੰਮ ਧੰਦੇ ਨੂੰ ਨਹੀਂ ਨਾ ਤਿਆਗਦੇ, ਅਸੀਂ ਇਹ ਚਾਹੁੰਦੇ ਹਾਂ ਵੀ ਪੂਰਾ ਕਰੀਏ, ਉਸੇ ਤਰ੍ਹਾਂ ਪਰਮਾਤਮਾ ਦੀ ਭਗਤੀ ਵੀ ਕਦੀ ਛੱਡਣੀ ਨਹੀਂ ਚਾਹੀਦੀ, ਇਹਨੂੰ ਵੀ ਕਰਨਾ ਚਾਹੀਦਾ। ਬੇਸ਼ੱਕ ਸਮਾਂ ਬਤੀਤ ਹੋ ਗਿਆ ਸੀ, ਪਰ ਜਿਵੇਂ ਮੈਂ ਕੰਮ ਕਾਜ ਕੀਤਾ, ਇਹ ਵੀ ਤੇ ਸਾਡਾ ਕਾਜ ਏ ਜਿਹੜਾ ਆਪਾਂ ਦੁਨੀਆ ਤੇ ਬਚਣਾ ਤੇ ਕਰਨਾ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਸੱਚ ਜਾਣੋ ਅਬਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਹੋਰ ਜਿਹੜੇ ਸੰਸਾਰ ਦੇ ਕਾਰਜ ਨੇ ਗੁਰੂ ਪਿਆਰਿਓ, ਉਹ ਕਦੀ ਕਿਸੇ ਕਾਜ ਨਹੀਂ ਹੁੰਦੇ। ਇੱਕ ਪਰਮਾਤਮਾ ਦੀ ਭਗਤੀ ਜਿਹੜੀ ਹੈ, ਗੁਰੂ ਦਾ ਸ਼ਬਦ ਹੀ ਤੁਹਾਡੇ ਕਾਜ ਆਉਂਦਾ, ਕੰਮ ਆਉਂਦਾ। ਬਾਕੀ ਸਭ ਕਾਜ ਇੱਥੇ ਤਰੇ ਤਰਾਏ ਰਹਿ ਜਾਂਦੇ ਨੇ। ਤੇ ਸਾਧ ਸੰਗਤ ਜੀ ਇਹ ਦੱਸੋ ਵੀ ਮਨੁੱਖ ਜਿਹੜਾ ਉਹ ਸੰਸਾਰ ਦੇ ਉੱਤੋਂ ਚਲਾ ਤੇ ਜਾਂਦਾ, ਪਰ ਅੱਜ ਤਿਕਰਾ ਕਿਸੇ ਦੇ ਕਾਜ ਪੂਰੇ ਹੋਏ? ਅੱਜ ਤਿਕਰਾ ਨਹੀਂ ਕਾਜ ਪੂਰੇ ਹੋਏ। ਆਪਾਂ ਇਹ ਸੋਚਦੇ ਹਾਂ ਵੀ ਕੱਲ ਮੈਨੂੰ ਕੋਈ ਕੰਮ ਨਹੀਂ, ਪਰ ਜਦੋਂ ਸਵੇਰੇ ਉੱਠੀਏ ਤੇ ਕਿੰਨੇ 36 ਕੰਮ ਚੇਤਾ ਆਉਂਦੇ ਨੇ। ਇਹ ਕਾਜ ਪੂਰੇ ਨਹੀਂ ਹੋ ਸਕਦੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਕਿ ਭਲਿਆ ਸਿੱਖਾ, ਜੇ ਮੈਂ ਆਪਣਾ ਕੰਮ ਨਹੀਂ ਨਾ ਛੱਡਿਆ ਸੰਸਾਰੀ, ਤੇ ਮੈਂ ਉਸੇ ਤਰ੍ਹਾਂ ਪਰਮਾਤਮਾ ਦੀ ਭਗਤੀ ਕਿਵੇਂ ਛੱਡਾਂ। ਸੋ ਕਹਿਣ ਤੋਂ ਭਾਵ ਇਹ ਹੈ ਵੀ ਇਹ ਸਭ ਪਰਮੇਸ਼ਰ ਦੇ ਰੰਗ ਨੇ, ਪਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਹੈ। ਇਹਦੇ ਵਿੱਚ ਰਹਿ ਕੇ ਜਿਹੜਾ ਇਨਸਾਨ ਹੈ, ਜਾਂ ਆਪਾਂ ਕਹਿ ਲਈਏ ਵੀ ਗੁਰੂ ਦਾ ਸਿੱਖ, ਇਹਦੇ ਵਿੱਚ ਰਹਿ ਕੇ ਆਪਾਂ ਪਰਮੇਸ਼ਰ ਨੂੰ ਪਾਉਣਾ ਹੈ। ਇਹਦੇ ਤੋਂ ਬਾਹਰ ਨਹੀਂ ਜਾਣਾ। ਜੋ ਇਹ ਰੰਗ ਨੇ ਉਹਨਾਂ ਨੂੰ ਸਮਝੋ। ਗੁਰੂ ਪਿਆਰੀ ਸਾਧ ਸੰਗਤ ਜੀ ਵੇਖੋ, ਜਦੋਂ ਇੱਕ ਮਾਲੀ ਬਾਗ ਤਿਆਰ ਕਰਦਾ ਹੈ ਤੇ ਉਹਦੇ ਵਿੱਚ ਇੱਕ ਪ੍ਰਕਾਰ ਦੇ ਫੁੱਲ ਨਹੀਂ ਲਾਉਂਦਾ। ਉਹਨੂੰ ਪਤਾ ਹੈ ਬਾਗ ਤਾਂ ਸੋਹਣਾ ਲੱਗੇਗਾ ਜੇ ਇਹਦੇ ਵਿੱਚ ਕਈਆਂ ਪ੍ਰਕਾਰਾਂ ਦੇ ਅਨੇਕਾਂ ਫੁੱਲ ਲੱਗੇ ਹੋਣਗੇ। ਇੱਕ ਪ੍ਰਕਾਰ ਦੇ ਫੁੱਲ ਲੱਗੇ ਹੋਣ ਬਾਗ ਨਹੀਂ ਸੋਹਣਾ ਲੱਗਦਾ। ਉਸੇ ਤਰ੍ਹਾਂ ਇਹ ਸੰਸਾਰ ਹੈ। ਪਰਮਾਤਮਾ ਨੇ ਇੱਥੇ ਹਿੰਦੂ ਵੀ ਪੈਦਾ ਕੀਤਾ, ਸਿੱਖ ਵੀ ਪੈਦਾ ਕੀਤਾ, ਈਸਾਈ ਵੀ ਪੈਦਾ ਕੀਤਾ, ਸਭ ਪੈਦਾ ਕੀਤੇ। ਭਲਿਆ ਇੱਕ ਬਾਗ ਤਾਂ ਸੋਹਣਾ ਲੱਗਦਾ ਹੈ ਉਹਦੇ ਵਿੱਚ ਕਈ ਪ੍ਰਕਾਰ ਦੇ ਫੁੱਲ ਹੋਣ। ਉਸੇ ਤਰ੍ਹਾਂ ਇਹ ਦੁਨੀਆ ਵੀ ਤਾਂ ਸੋਹਣੀ ਲੱਗਦੀ ਏ ਕਿਉਂਕਿ ਪਰਮਾਤਮਾ ਨੇ ਕਿੰਨੇ ਪ੍ਰਕਾਰ ਦੇ ਰੰਗ ਪੈਦਾ ਕੀਤੇ। ਉਹ ਜਿਸ ਪੇਂਟਿੰਗ ਦੇ ਅੰਦਰ ਇੱਕ ਪ੍ਰਕਾਰ ਦਾ ਰੰਗ ਹੋਵੇ ਉਹ ਜੱਚਦੀ ਨਹੀਂ, ਉਹਦੇ ਵਿੱਚ ਕਈ ਪ੍ਰਕਾਰ ਦੇ ਰੰਗ ਭਰਨੇ ਪੈਂਦੇ ਨੇ। ਉਸੇ ਤਰ੍ਹਾਂ ਸਾਧ ਸੰਗਤ ਜੀ ਮਨੁੱਖਤਾ ਵੀ ਅਨੇਕਾਂ ਪ੍ਰਕਾਰ ਦੀ ਏ। ਆਪਾਂ ਸਾਰਿਆਂ ਨੂੰ ਇੱਕ ਸਮਝਣਾ, ਇਹਦਾ ਮਾਲੀ ਕੇਵਲ ਪਰਮੇਸ਼ਰ ਆਪ ਹੈ। ਜਿਸ ਪ੍ਰਕਾਰ ਇੱਕ ਰੁੱਖ ਜਿਹੜਾ ਹੈ, ਉਹਦੇ ਪੱਤੇ, ਉਹਦੇ ਟਾਹਣੀਆਂ, ਉਹਦੇ ਫੁੱਲ ਤੇ ਬਹੁਤ ਨੇ, ਪਰ ਉਹਦੀ ਜੜ ਕੇਵਲ ਇੱਕ ਹੈ। ਇਹ ਜਿਹੜਾ ਸੰਸਾਰ ਦੇ ਕਈ ਪ੍ਰਕਾਰ ਦਾ ਹੈ, ਇਹਦੇ ਵਿੱਚ ਰੰਗ ਤੇ ਬਹੁਤ ਨੇ, ਪਰ ਇਹਨਾਂ ਰੰਗਾਂ ਨੂੰ ਭਰਨ ਵਾਲਾ ਕੇਵਲ ਪਰਮੇਸ਼ਰ ਆਪ ਹੈ। ਸੋ ਇਸ ਕਰਕੇ ਪਾਤਸ਼ਾਹ ਜੀ ਗੁਰਦੇਵ ਕਹਿਣ ਲੱਗੇ, ਕਬਹੂ ਨਿਰਤ ਕਰੇ ਬਹੁ ਭਾਂਤ, ਕਿ ਹੈ ਭਾਈ ਕਦੀ ਪਰਮਾਤਮਾ ਸਾਡੇ ਅੰਦਰ ਬੈਠ ਕੇ ਨੱਚ ਰਿਹਾ। ਇਹ ਸਭ ਉਹਦੀ ਕਾਇਆ ਮਾਇਆ। ਕਬਹੂ ਸੋਏ ਰਹੇ ਦਿਨ ਰਾਤ, ਕੁਝ ਜੀਵ ਸੰਸਾਰ ਦੇ ਉੱਤੇ ਸੁੱਤੇ ਹੋਏ ਨੇ, ਉਹਨਾਂ ਵਿੱਚ ਵੀ ਪਰਮਾਤਮਾ ਹੈ। ਇਹ ਵੀ ਉਹਦਾ ਰੰਗ ਹੈ। ਕੋਈ ਉਹਦੀ ਭਗਤੀ ਕਰਦਾ ਹੈ, ਕੋਈ ਅੰਮ੍ਰਿਤ ਵੇਲੇ ਉੱਠ ਕੇ ਆਉਂਦਾ ਹੈ ਤੇ ਕੋਈ ਸੁੱਤਾ ਪਿਆ। ਇਹ ਸਭ ਉਹਦੇ ਰੰਗ ਨੇ। ਸਾਧ ਸੰਗਤ ਜੀ ਵੇਖੋ, ਆਪਾਂ ਜੋ ਹਾਂ, ਸਾਡੀ ਸੋਚ ਪਤਾ ਕੀ ਹੈ, ਜੋ ਕੁਝ ਸਾਨੂੰ ਚੰਗਾ ਲੱਗਦਾ ਹੈ ਅਸੀਂ ਕੇਵਲ ਉਹਦੀ ਤਾਰੀਫ ਕਰਦੇ ਹਾਂ, ਤੇ ਜੋ ਕੁਝ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਉਹਦੀ ਨਿੰਦਿਆ ਕਰਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦਾ ਜਿਹੜਾ ਭਤੀਜਾ ਸੀ ਉਹ ਸੁੱਤਾ ਰਹਿੰਦਾ ਸੀ, ਅੰਮ੍ਰਿਤ ਵੇਲੇ ਨਹੀਂ ਸੀ ਉੱਠਦਾ। ਤੇ ਹਜ਼ਰਤ ਮੁਹੰਮਦ ਸਾਹਿਬ ਨੇ ਉਹਨੂੰ ਪ੍ਰੇਰਨਾ ਕੀਤੀ, ਸਮਝਾਇਆ, ਰੱਬ ਦੀ ਭਗਤੀ ਵੱਲ ਟੋਰਿਆ। ਤੇ ਚਲੋ ਉਹ ਸਬਕ ਲੈ ਕੇ, ਸਿੱਖਿਆ ਲੈ ਕੇ ਇੱਕ ਦਿਨ ਅੰਮ੍ਰਿਤ ਵੇਲੇ ਉੱਠਿਆ। ਪਹਿਲਾਂ ਤੇ ਸੁੱਤਾ ਰਹਿੰਦਾ ਸੀ। ਉਹ ਜਦੋਂ ਉੱਠਿਆ ਉਹਨੇ ਨਮਾਜ਼ ਪੜ੍ਹੀ, ਪਰਮਾਤਮਾ ਦੀਆਂ, ਵਾਹਿਗੁਰੂ ਦੀ ਇਬਾਦਤ ਕੀਤੀ। ਬੜਾ ਖੁਸ਼ ਹੋਇਆ, ਬੜਾ ਆਨੰਦ ਆਇਆ ਤੇ ਬੜਾ ਪ੍ਰਸੰਨ ਹੋਇਆ। ਤੇ ਜਦੋਂ ਨਮਾਜ਼ ਪੜ੍ਹ ਕੇ ਵਾਪਸ ਆਉਂਦਾ ਤੇ ਕੀ ਤੱਕਦਾ ਵੀ ਰਾਹ ਵਿੱਚ ਲੰਘਦਿਆਂ ਉਹਦੀ ਨਜ਼ਰ ਲੋਕਾਂ ਦੇ ਛੱਤਾਂ ਉੱਤੇ ਪੈਂਦੀ ਹੈ। ਰੋਕ ਨਾ, ਆਪਣੇ ਬਿਸਤਰਿਆਂ ਵਿੱਚ ਸੁੱਤੇ ਹੋਏ ਨੇ। ਤੇ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦਾ ਭਤੀਜਾ ਸੀ ਉਹ ਕਹਿਣ ਲੱਗਾ, ਵੇਖੋ
ਹਜ਼ਰਤ ਸਾਹਿਬ ਜੀ ਕਿ ਕਿੰਨੇ ਮੂਰਖ ਲੋਕ ਨੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਆਨੰਦ ਕਿੰਨਾ ਆਉਂਦਾ ਹੈ। ਅੰਮ੍ਰਿਤ ਵੇਲੇ ਆਪਣੇ ਬਿਸਤਰਿਆਂ ਵਿੱਚ ਸੁੱਤੇ ਹੋਏ ਨੇ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਉਸੇ ਸਮੇਂ ਆਪਣੇ ਭਤੀਜੇ ਦੇ ਮੂੰਹ ਤੇ ਚਪੇੜ ਮਾਰੀ ਤੇ ਨਾਲ ਇਹ ਸ਼ਬਦ ਕਹੇ, ਤੂੰ ਕੇਵਲ ਇੱਕ ਦਿਨ ਅੰਮ੍ਰਿਤ ਵੇਲੇ ਉੱਠਿਆ ਤੇ ਤੂੰ ਉਹਨਾਂ ਲੋਕਾਂ ਦੀ ਨਿੰਦਿਆ ਕਰਨਾ ਜੋ ਆਪਣੇ ਘਰਾਂ ਵਿੱਚ ਸੁੱਤੇ ਪਏ ਨੇ। ਨਹੀਂ, ਇਹਦਾ ਹੰਕਾਰ ਨਾ ਕਰ ਕਿ ਜਿਹੜੇ ਸੁੱਤੇ ਪਏ ਨੇ ਮੈਨੂੰ ਤੇ ਉਹਨਾਂ ਵਿੱਚੋਂ ਵੀ ਰੱਬ ਨਜ਼ਰ ਆਉਂਦਾ ਹੈ। ਤੂੰ ਕੇਵਲ ਜਾਗਦਿਆਂ ਵਿੱਚੋਂ ਵੇਖ ਰਿਹਾ, ਮੈਂ ਤੇ ਸੁੱਤਿਆਂ ਵਿੱਚੋਂ ਵੀ ਵੇਖ ਰਿਹਾ ਹਾਂ। ਤੂੰ ਕੇਵਲ ਇੱਕ ਦਿਨ ਉੱਠਿਆ ਤੇ ਉਹਨਾਂ ਲੋਕਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਜੋ ਆਉਂਦੇ ਨਹੀਂ। ਹਜ਼ਰਤ ਸਾਹਿਬ ਜੀ ਕਹਿਣ ਲੱਗੇ, ਨਹੀਂ ਭਲਿਆ, ਇੰਨਾ ਹੰਕਾਰ ਨਹੀਂ ਕਰੀਦਾ, ਕਿਉਂਕਿ ਜਦੋਂ ਭਗਤੀ ਕਰਕੇ ਆਪਾਂ ਨਿਮਰਤਾ ਛੱਡ ਦਈਏ ਤੇ ਜੇਕਰ ਹੰਕਾਰ ਕਰੀਏ ਤੇ ਇਹਦਾ ਭਾਵ ਇਹ ਹੈ ਕਿ ਸਾਨੂੰ ਕੁਝ ਮਿਲਿਆ ਨਹੀਂ, ਅਜੇ ਅਸੀਂ ਪਰਮਾਤਮਾ ਵਿੱਚ ਨਹੀਂ ਜੁੜੇ। ਕੋਈ ਸੰਸਾਰ ਦੇ ਉੱਤੇ ਨਿਰਤ ਕਰਦਾ ਹੈ ਤੇ ਕੋਈ ਸਾਧ ਸੰਗਤ ਜੀ ਸੁੱਤਾ ਹੋਇਆ ਹੈ। ਇਹ ਸਭ ਪਰਮੇਸ਼ਰ ਦੇ ਰੰਗ ਨੇ, ਕਦੀ ਕਿਸੇ ਦੀ ਨਿੰਦਿਆ ਨਾ ਕਰੋ, ਇਹ ਸਭ ਉਹਦੀ ਮੌਜ ਹੈ। ਮਹਾਰਾਜ ਕਹਿਣ ਲੱਗੇ, ਕਬਹੂ ਮਹਾ ਕ੍ਰੋਧ ਵਿਕਰਾਲ, ਕਦੀ ਸਾਡੇ ਅੰਦਰ ਬੜਾ ਕ੍ਰੋਧ ਆਉਂਦਾ ਹੈ, ਡਰਾਉਣਾ। ਵਿਕਰਾਲ ਦਾ ਅਰਥ ਹੈ ਬੜਾ ਭਿਆਨਕ। ਤੇ ਸਾਧ ਸੰਗਤ ਜੀ ਇਹ ਵੀ ਪਰਮਾਤਮਾ ਦੀ ਖੇਡ ਹੈ, ਇਹ ਵੀ ਉਹਦਾ ਰੂਪ ਹੈ। ਕਬਹੂ ਸਰਬ ਕੀ ਹੋਤਰ ਬਾਲ, ਤੇ ਕਦੀ ਸਾਡੇ ਵਿੱਚ ਨਿਮਰਤਾ ਆਉਂਦੀ, ਅਸੀਂ ਆਪਣੇ ਆਪ ਨੂੰ ਧੂੜ ਸਮਝਦੇ ਹਾਂ। ਮਨ ਇੱਕ ਜਿਹਾ ਨਹੀਂ ਰਹਿੰਦਾ। ਕਦੀ ਸਾਧ ਸੰਗਤ ਜੀ ਕ੍ਰੋਧ ਆਉਂਦਾ ਤੇ ਕਦੀ ਸਾਡਾ ਮਨ ਬੜੀ ਨਿਮਰਤਾ ਵਿੱਚ ਆਉਂਦਾ ਹੈ, ਗ੍ਰੈਵਿਟੀ ਵਿੱਚ ਆਉਂਦਾ ਹੈ। ਇਹ ਸਭ ਉਹਦੇ ਰੰਗ ਨੇ। ਪਰ ਇੱਕ ਬੇਨਤੀ ਮੈਂ ਥੋੜੀ ਜਿਹੀ ਹਟ ਕੇ ਕਰ ਦਿਆਂ ਵੀ ਕ੍ਰੋਧ ਬੜੀ ਛੇਤੀ ਆਉਂਦਾ ਹੈ, ਮੈਨੂੰ ਵੀ ਆਉਂਦਾ ਹੈ, ਦੂਜਿਆਂ ਨੂੰ ਵੀ ਆਉਂਦਾ ਹੈ। ਇੱਕ ਮੈਂ ਬੜੀ ਪਿਆਰੀ ਸਾਖੀ ਪੜ੍ਹੀ। ਮਹਾਤਮਾ ਬੁੱਧ ਜੀ ਦਾ ਇੱਕ ਚੇਲਾ ਸੀ, ਸਾਧ ਸੰਗਤ ਜੀ। ਉਹ ਇੱਕ ਦਿਨ ਰਾਤ ਦਾ ਸਮਾਂ ਨਦੀ ਦੇ ਅੰਦਰ ਕਿਸ਼ਤੀ ਵਿੱਚ ਸੈਰ ਪਿਆ ਕਰਦਾ ਸੀ, ਜਾਂ ਇਸ ਤਰ੍ਹਾਂ ਕਹਿ ਲਓ ਵੀ ਨਦੀ ਦੇ ਪਾਣੀ ਵਿੱਚ ਉਹ ਜਾ ਰਿਹਾ ਸੀ ਕਿਸ਼ਤੀ ਉੱਤੇ ਬੈਠ ਕੇ। ਇੱਕੋ ਦਮ ਕੀ ਹੋਇਆ, ਰਾਤ ਦਾ ਹਨੇਰਾ ਸੀ ਤੇ ਕੁਝ ਨਜ਼ਰ ਨਹੀਂ ਸੀ ਆਉਂਦਾ ਤੇ ਉਹਦੀ ਕਿਸ਼ਤੀ ਦੇ ਨਾਲ, ਉਹਦੀ ਨੌਕਾ ਦੇ ਨਾਲ ਇੱਕ ਦੂਜੀ ਕਿਸ਼ਤੀ ਟਕਰਾਈ। ਉਹ ਜਦੋਂ ਟਕਰਾ ਹੋਇਆ ਤੇ ਉਹ ਜਿਹੜਾ ਮਹਾਤਮਾ ਬੁੱਧ ਦਾ ਚੇਲਾ ਸੀ, ਸਾਧ ਸੰਗਤ ਜੀ, ਉਹ ਬੜਾ ਗੁੱਸੇ ਵਿੱਚ ਆਇਆ ਵੀ ਜਦੋਂ ਕੋਈ ਕੁਦਰਤੀ ਗੱਲ ਵੀ ਆਪਾਂ ਰਾਹ ਉੱਤੇ ਜਾਂਦੇ ਹੋਈਏ, ਕਿਸੇ ਦੀ ਸਾਈਕਲ ਮੋਟਰਸਾਈਕਲ ਸਾਡੇ ਨਾਲ ਟਕਰਾ ਜੇ, ਅਸੀਂ ਵੀ ਗੁੱਸੇ ਵਿੱਚ ਆਉਂਦੇ ਹਾਂ। ਤੇ ਉਹ ਜਦੋਂ ਕਿਸ਼ਤੀ ਟਕਰਾਈ ਕਿਸੇ ਦੂਜੇ ਦੀ, ਉਹ ਬੜਾ ਗੁੱਸੇ ਵਿੱਚ ਹੋਇਆ, ਬਹੁਤ ਕੁਝ ਬੋਲਿਆ, ਤੈਨੂੰ ਨਜ਼ਰ ਨਹੀਂ ਆਉਂਦਾ, ਤੈਨੂੰ ਦਿਸਦਾ ਨਹੀਂ, ਤੂੰ ਕਿੱਧਰ ਜਾ ਰਹੇ ਹੈ। ਬੜਾ ਕ੍ਰੋਧ ਕੀਤਾ ਤੇ ਅੱਗੋਂ ਕਿਸੇ ਪ੍ਰਕਾਰ ਦਾ ਉੱਤਰ ਨਾ ਮਿਲਿਆ। ਹੈਰਾਨ ਹੋਇਆ ਵੀ ਇਹ ਕੌਣ ਹੈ। ਤੇ ਫਿਰ ਕਹਿੰਦਾ ਵੀ ਤੂੰ ਬੋਲਦਾ ਕਿਉਂ ਨਹੀਂ, ਉਹ ਤੈਨੂੰ ਸਮਝ ਨਹੀਂ ਆਉਂਦੀ ਵੀ ਕਿਸ਼ਤੀ ਕਿਵੇਂ ਚਲਾਉਣੀ ਹੈ। ਜੇ ਅੱਜ ਟਕਰਾ ਹੋਇਆ, ਜੇ ਆਪਾਂ ਡਿੱਗ ਜਾਂਦੇ, ਡੁੱਬ ਕੇ ਸਾਡੀ ਮੌਤ ਹੋ ਜਾਣੀ ਸੀ। ਤੇ ਸਾਧ ਸੰਗਤ ਜੀ ਬੋਲਦਾ ਰਿਹਾ, ਗੁੱਸਾ ਕਰਦਾ ਰਿਹਾ। ਤੇ ਜਦੋਂ ਥੋੜਾ ਜਿਹਾ ਅੱਗੇ ਜਾ ਕੇ ਵੇਖਿਆ, ਚਾਨਣ ਹੋਇਆ ਤੇ ਉਹ ਜਿਹੜੀ ਕਿਸ਼ਤੀ ਸੀ ਖਾਲੀ ਸੀ, ਉਹਦੇ ਵਿੱਚ ਕੋਈ ਹੈ ਹੀ ਨਹੀਂ ਸੀ। ਉਹ ਇੱਕੋ ਦਮ ਪਛਤਾਇਆ ਵੀ ਮਣਾ ਇੰਨਾ ਗੁੱਸਾ ਕੀਤਾ, ਇੰਨਾ ਕ੍ਰੋਧ ਕੀਤਾ, ਉਹਦੇ ਵਿੱਚ ਤੇ ਕੋਈ ਹੈ ਹੀ ਨਹੀਂ। ਉਹਦੇ ਕੇਵਲ ਖਾਲੀ ਨੌਕਾ ਪਾਣੀ ਵਿੱਚ ਤੈਰ ਰਹੀ ਸੀ। ਉਹਨੇ ਨਾ ਫਿਰ ਉਸ ਘਟਨਾ ਤੋਂ ਇੱਕ ਸਾਧ ਸੰਗਤ ਜੀ ਮੈਸੇਜ ਲਿਆ। ਮੈਸੇਜ ਇਹ ਲਿਆ ਵੀ ਜਦੋਂ ਵੀ ਉਹਨੂੰ ਕਦੀ ਗੁੱਸਾ ਆਉਂਦਾ ਸੀ ਤੇ ਉਹ ਇਹ ਬਚਨ ਕਰਦਾ ਸੀ ਵੀ ਕਿਸ਼ਤੀ ਖਾਲੀ ਹੈ। ਇੱਕ ਦਿਨ ਸਾਧ ਸੰਗਤ ਜੀ ਕੀ ਹੋਇਆ, ਉਹ ਦੂਜਾ ਬੰਦਾ ਆਇਆ, ਕੋਈ ਹੋਰ ਸੀ, ਤੇ ਉਹਨੇ ਇਹਦੇ ਨਾਲ ਬੜਾ ਝਗੜਾ ਕੀਤਾ, ਪਰ ਇਹਨੂੰ ਕ੍ਰੋਧ ਨਹੀਂ ਆਇਆ। ਉਹਨੇ ਝਗੜਾ ਕੀਤਾ ਤੇ ਕਹਿਣ ਲੱਗਾ ਵੀ ਤੇਰੀ ਕਿਸ਼ਤੀ ਖਾਲੀ ਹੈ, ਮੈਨੂੰ ਕੋਈ ਪਰਵਾਹ ਨਹੀਂ। ਕਹਿਣ ਤੋਂ ਭਾਵ ਇਹ
ਵੀ ਜਿਹੜਾ ਕ੍ਰੋਧ ਕਰਦਾ ਹੈ ਉਹਦੀ ਕਿਸ਼ਤੀ ਖਾਲੀ ਹੈ, ਉਹਦੇ ਅੰਦਰ ਕੁਝ ਨਹੀਂ ਹੁੰਦਾ। ਉਹ ਤੇ ਕੁਝ ਸਮੇਂ ਦਾ ਵੀ ਤੜਕਾ ਹੁੰਦਾ ਹੈ, ਕੁਝ ਸਮੇਂ ਦੀ ਭਿਆਨਕ ਅੱਗ ਹੁੰਦੀ ਹੈ ਜਿਹੜੀ ਆਉਂਦੀ ਹੈ ਸਭ ਕੁਝ ਤਬਾਹ ਕਰ ਜਾਂਦੀ ਹੈ। ਉਹ ਜਦੋਂ ਵੀ ਕੋਈ ਗੁੱਸੇ ਦੀ ਗੱਲ ਆਉਂਦੀ ਸੀ ਤੇ ਉਹਨੇ ਬਚਨ ਕਰਨਾ ਵੀ ਕਿਸ਼ਤੀ ਖਾਲੀ ਹੈ। ਭਾਵ ਉਹ ਇਹੀ ਸੋਚਦਾ ਸੀ ਮਨਾ ਕ੍ਰੋਧ ਨਾ ਕਰੀ, ਇਹ ਸੰਸਾਰ ਦੇ ਉੱਤੇ ਸਭ ਦੀ ਕਿਸ਼ਤੀ ਖਾਲੀ ਹੈ। ਭਾਵ ਇਹ ਜਿਹੜਾ ਦੂਜਾ ਝਗੜਦਾ ਹੈ ਉਹਦੇ ਉੱਤੇ ਗੁੱਸਾ ਨਹੀਂ ਕਰਨਾ। ਸੋ ਕਹਿਣ ਤੋਂ ਭਾਵ ਇਹ ਹੈ ਵੀ ਕ੍ਰੋਧ ਵਿਕਰਾਲ ਹੈ, ਡਰਾਉਣਾ ਹੈ। ਤੇ ਸਾਧ ਸੰਗਤ ਜੀ ਨਿਮਰਤਾ ਰਵਾਲ ਜਿਹੜੀ ਹੈ ਉਹ ਵੀ ਪਰਮੇਸ਼ਰ ਦਾ ਹੀ ਰੂਪ ਰੰਗੇ। ਤੇ ਸਾਧ ਸੰਗਤ ਜੀ ਉਦੋਂ ਬਾਅਦ ਪਰਮੇਸ਼ਰ ਗੁਰੂ ਅਰਜਨ ਦੇਵ ਕਿਰਪਾ ਕਰਦੇ ਹਨ। ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਪੇਖਾਰੀ ਨੀਚ ਕਾ ਸਾਜਾ। ਮਹਾਰਾਜ ਕਹਿ ਲਗੇ ਕਿਤੇ ਰਾਜ ਭਾਗ ਕੋਈ ਮਾਣਦਾ ਹੈ, ਕੋਈ ਸੰਸਾਰ ਦੇ ਉੱਤੇ ਭਿਖਾਰੀ ਹੈ। ਇਹ ਸਭ ਉਹਦੇ ਰੰਗ ਨੇ। ਤੁਸੀਂ ਰੋਜ਼ ਪੜ੍ਹਦੇ ਹੋ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇਹ ਸਭ ਉਹਦੇ ਚੋਜ ਨੇ, ਕੋਈ ਦਾਤਾ ਹੈ ਕੋਈ ਭਿਖਾਰੀ ਹੈ। ਤੇ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਕਬਹੂ ਅਪਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ। ਕੋਈ ਸੰਸਾਰ ਦੇ ਉੱਤੇ ਜਸ ਕਮਾਉਂਦਾ ਹੈ, ਕਿਸੇ ਨੂੰ ਆਪਾਂ ਚੰਗਾ ਸਮਝਦੇ ਹਾਂ, ਕੋਈ ਸੰਸਾਰ ਦੇ ਅੰਦਰ ਸਾਨੂੰ ਚੰਗਾ ਨਹੀਂ ਲੱਗਦਾ। ਇਹ ਸਭ ਪਰਮੇਸ਼ਰ ਦੇ ਰੰਗ ਨੇ। ਜਿਉਂ ਪ੍ਰਭ ਰਾਖੈ ਤਿਵ ਹੀ ਰਹਿ। ਜਿਵੇਂ ਪਰਮਾਤਮਾ ਸਾਨੂੰ ਰੱਖਦਾ ਉਵੇਂ ਆਪਾਂ ਰਹਿੰਦੇ ਹਾਂ। ਤੇ ਗੁਰ ਪ੍ਰਸਾਦ ਨਾਨਕ ਸੱਚ ਕਹੈ। ਮਹਾਰਾਜ ਕਹਿਣਗੇ ਵੀ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਸੰਗਤ ਵਿੱਚ ਆ ਕੇ ਅਸੀਂ ਸੱਚ ਦੀ ਕਥਾ ਕਰਦੇ ਹਾਂ। ਭਾਵ ਇਹ ਵੀ ਅਸੀਂ ਸੱਚ ਦੇ ਪ੍ਰਤੀ ਜਾਗਰੂਕ ਹੁੰਦੇ ਹਾਂ। ਜਦੋਂ ਗੁਰੂ ਪਿਆਰਿਓ ਸੱਚੀ ਦੱਸਿਓ ਵੀ ਜਦੋਂ ਤੁਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਹੋ ਕਿ ਤੁਹਾਨੂੰ ਸੰਸਾਰ ਚੇਤਾ ਆਉਂਦਾ? ਨਹੀਂ ਆਉਂਦਾ। ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆਈਏ ਤੇ ਕੀ ਸਾਨੂੰ ਆਪਣੀ ਦੁਕਾਨ ਜਾਂ ਖੇਤ ਚੇਤਾ ਆਉਂਦੇ ਨੇ? ਨਹੀਂ, ਕਿਉਂਕਿ ਇਸ ਥਾਂ ਤੇ ਕੇਵਲ ਸੱਚ ਹੈ। ਇੱਥੇ ਆ ਕੇ ਅਸੀਂ ਰੱਬ ਨੂੰ ਪਾਉਣ ਦਾ ਯਤਨ ਕਰਨੇ ਆ, ਅਸੀਂ ਉਹਦੀ ਅੰਸ਼ ਹਾਂ। ਤੇ ਮਹਾਰਾਜ ਕਹਿਣ ਲੱਗੇ ਗੁਰੂ ਦੀ ਕਿਰਪਾ, ਗੁਰੂ ਦੇ ਪ੍ਰਸਾਦ ਵਿੱਚ ਰੱਬ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਕਿਰਪਾ ਕਰੇ, ਮਿਹਰ ਕਰੇ। ਸਾਧ ਸੰਗਤ ਜੀ ਇਹ ਸ਼੍ਰੀ ਸੁਖਮਨੀ ਸਾਹਿਬ ਜੀ ਦੀ 6ਵੀਂ ਪੌੜੀ ਦੀ ਆਪਾਂ ਵਿਚਾਰ ਕੀਤੀ ਹੈ। ਵਿਚਾਰ ਕਰਦੇ ਹਾਂ ਸਾਧ ਸੰਗਤ ਜੀ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਉਹਦੇ ਵਾਸਤੇ ਖਿਮਾ ਦਾ ਜਾਚਕ ਹਾਂ। ਸ਼ਾਇਦ ਕੱਲ ਦਾ ਇੱਕ ਦਿਨ ਹੋਰ ਆਪ ਜੀ ਦੇ ਚਰਨਾਂ ਵਿੱਚ ਵਿਚਾਰ ਦੀ ਸੇਵਾ ਨਿਭਾਉਣੀ ਹੈ। ਅੱਜ ਲਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।